ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਹਿਮ ਸਕਾਲਰ ਨੇ। ਪ੍ਰੋਫੈਸਰ ਸਾਹਿਬ ਜੀ ਆਇਆਂ। ਬਹੁਤ ਸ਼ੁਕਰੀਆ ਰੰਧਾਵਾ ਸਾਹਿਬ। ਸ਼੍ਰੋਮਣੀ ਅਕਾਲੀ ਦਲ ਇੱਕ ਨਾਜ਼ੁਕ ਦੌਰ ਚੋਂ ਨਿਕਲ ਰਿਹਾ। ਉਹ ਜਿਹੜਾ ਵੀ ਕਦਮ ਲੈਂਦੇ ਆ ਉਹ ਪੁੱਠਾ ਪੈਂਦਾ, ਲੇਕਿਨ ਬੈਠੇ ਬਿਠਾਇਆ ਅਚਨਚੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਲੀਡਰਸ਼ਿਪ ਨੂੰ ਸਲਾਹਕਾਰ ਇਸ ਰਸਤੇ ਤੇ ਲੈ ਗਏ ਜਿੱਥੇ ਉਹ ਕਿਸਾਨੀ ਨਾਲ ਨਾ ਚਾਹੁੰਦਿਆਂ ਹੋਇਆਂ ਵੀ ਟਕਰਾਅ ਚ ਆ ਗਏ। ਰਾਜੇਵਾਲ ਸੰਯੁਕਤ ਕਿਸਾਨ ਮੋਰਚੇ ਦਾ ਚਿਹਰਾ ਨੇ ਔਰ ਉਹਨਾਂ ਵੱਲੋਂ ਅਕਾਲੀ ਦਲ ਤੇ ਜਿਹੜਾ ਹਮਲਾ ਬੋਲਿਆ ਗਿਆ, ਮੇਰੇ ਖਿਆਲ ਇਸ ਤੋਂ ਵੱਡਾ ਡੈਮੇਜ ਅਕਾਲੀ ਦਲ ਨੂੰ ਪਿਛਲੇ ਸਾਲ ਖੰਡ ਚ ਕੋਈ ਨਹੀਂ ਹੋਇਆ। ਮੈਂ ਇਸ ਮੁੱਦੇ ਤੇ ਗੱਲ ਕਰਨਾ ਪ੍ਰੋਫੈਸਰ ਸਾਹਿਬ ਨਾਲ ਚਾਹੂੰਗਾ, ਲੇਕਿਨ ਦੂਜਾ ਅਹਿਮ ਮੁੱਦਾ, ਅਹਿਮ ਨੁਕਤਾ, ਪੰਜਾਬ ਦੀ ਰਾਜਨੀਤੀ ਵਿੱਚ ਵਰਗਾਂ ਦੀ ਰਾਜਨੀਤੀ ਵਾੜਤੀ ਗਈ ਆ। ਜਿਹੜੀ ਰਾਜਨੀਤੀ ਕੀਤੀ ਜਾ ਰਹੀ ਆ ਦਲਿਤ ਚਿਹਰਿਆਂ ਨੂੰ ਲੈ ਕੇ, ਪਛੜੇ ਚਿਹਰਿਆਂ ਨੂੰ ਲੈ ਕੇ, ਪੰਜਾਬ ਦੇ ਕਨਸੈਪਟ ਦੇ ਵਿੱਚ, ਸੰਕਲਪ ਦੇ ਵਿੱਚ ਇਹਦੀ ਕਿੰਨੀ ਅਹਿਮੀਅਤ ਆ। ਯੂਪੀ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਵੋਟ ਵਰਗੀਕਰਨ ਹੋ ਸਕਦਾ, ਲੇਕਿਨ ਕੀ ਪੰਜਾਬ ਦੇ ਵਿੱਚ ਐਸੀ ਕੋਈ ਰਵਾਇਤ ਰਹੀ ਆ? ਪਿਛਲੇ 20-30 ਸਾਲ ਦੀਆਂ ਚੋਣਾਂ 'ਚ ਪ੍ਰੋਫੈਸਰ ਸਾਹਿਬ ਐਨਾਲਿਸਿਸ ਕਰਦੇ ਰਹੇ ਆ ਵੱਡੀਆਂ ਕੰਪਨੀਆਂ ਨਾਲ ਵੀ ਔਰ ਵਿਅਕਤੀਗਤ ਤੌਰ ਤੇ ਯੂਨੀਵਰਸਿਟੀ ਦੇ ਪੱਧਰ ਤੇ ਵੀ, ਕਿ ਵੋਟ ਕਿਵੇਂ ਵੰਡ ਹੁੰਦੀ ਆ, ਵੋਟ ਦਾ ਧਰੁਵੀਕਰਨ ਕਿਵੇਂ ਹੁੰਦਾ, ਕੀ ਕਦੇ ਵਰਗਾਂ 'ਚ ਵੋਟ ਵੀ ਪੈਂਦੀ ਆ, ਸਿੱਖ ਬਨਾਮ ਹਿੰਦੂ ਬਨਾਮ ਦਲਿਤ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਤੇ ਗੱਲ ਕਰਾਂਗੇ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਇਹ ਹੁਣ ਵਾਲੇ ਟਕਰਾਅ ਨੂੰ ਲੈ ਕੇ ਸਮਝਣਾ ਚਾਹੁੰਦਾ ਹੈ, ਆਖਰ ਅਕਾਲੀ ਦਲ ਕਿਹੜੇ ਰਾਹ ਤੇ ਜਾ ਰਿਹਾ ਔਰ ਇਹਨਾਂ ਦੀ ਮੰਜ਼ਿਲ ਕੀ ਆ? ਹੁਣ ਇੱਥੋਂ ਅਸੀਂ ਮੋੜਾ ਪੈਂਦਾ ਦੇਖਾਂਗੇ, ਇਹ ਖੁਰਦੀ ਸ਼ਾਖ ਬਚਾ ਲੈਣਗੇ, ਆਪਣਾ ਰਵਾਇਤੀ ਪੰਥਕ ਵੋਟ ਬੈਂਕ ਗਵਾਉਣ ਤੋਂ ਬਾਅਦ ਰਵਾਇਤੀ ਕਿਸਾਨੀ ਵੋਟ ਨਾਲ ਟਕਰਾਅ ਅਕਾਲੀ ਦਲ ਨੂੰ ਕਿੱਥੇ ਲੈ ਕੇ ਜਾਊਗਾ? ਇੱਕ ਤਾਂ ਗੱਲ ਇਹ ਹੈਗੀ ਆ ਕਿ ਅਕਾਲੀ ਦਲ ਤੇ ਕੁਝ ਤਾਂ ਖਾਸ ਕਰਕੇ ਜਿਹੜੀ 17 ਦੇ ਵਿੱਚ ਜਿਨ੍ਹਾਂ ਮੁੱਦਿਆਂ ਕਰਕੇ ਲੋਕਾਂ ਨੇ ਅਕਾਲੀ ਦਲ ਤੋਂ ਪਿਛਾਂਹ ਹਟੇ ਆ, ਇਹ ਭਾਵੇਂ ਕਿ ਉਸ ਸਮੇਂ ਦੇ ਵਿੱਚ ਦੇਖਿਆ ਜਾਵੇ ਕਿ ਦਿਹਾਤੀ ਖੇਤਰਾਂ ਦੇ ਵਿੱਚ, ਪਿੰਡਾਂ ਵਾਲੇ ਖੇਤਰਾਂ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਵੋਟ ਸ਼ੇਅਰ ਸੀਗਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਸੀਗਾ। ਕਾਂਗਰਸ ਦਾ ਕਿਤੇ ਸ਼ਾਇਦ 31% ਸੀਗਾ, ਆਮ ਆਦਮੀ ਪਾਰਟੀ ਦਾ 19% ਸੀਗਾ, ਇਹ ਤਾਂ ਉਦੋਂ ਵੀ 38% ਸੀਗਾ 2017 ਦੇ ਵਿੱਚ। ਇਸੇ ਕਰਕੇ ਮੈਂ ਕਹਿੰਦਾ ਵੀ ਇੰਨੀ ਕਾਹਲੀ ਕਰਨ ਦੀ ਤਾਂ ਬਹੁਤੀ ਲੋੜ ਹੈ ਨਹੀਂ ਸੀ। ਉਹ ਚਲੋ ਦੂਸਰਾ, ਉਸ ਗੱਲ ਦਾ ਦੂਸਰਾ ਪਾਸਾ ਹੈਗਾ। 19 ਤੱਕ ਆਉਂਦਿਆਂ ਇਹਨਾਂ ਦੀਆਂ ਸੀਟਾਂ ਬਹੁਤ ਜਿਹੜੀਆਂ ਹੋਰ 2 ਘਟ ਗਈਆਂ ਤੇ ਬਹੁਤ ਇੱਕ ਕਿਸਮ ਨਾਲ ਮਾਰਜਲਾਈਜ਼ ਹੋ ਗਏ। ਸਟੇਟ ਦੇ ਵਿੱਚੋਂ ਵੀ ਜਿਹੜਾ ਹੈਗਾ ਸੀਗਾ ਉਹ ਤਾਕਤ ਜਾਂਦੀ ਰਹੀ। ਇਹਦੇ ਨਾਲ ਹੀ ਜਿਹੜੇ ਸਿਆਣੇ ਬੰਦੇ ਸੀ, ਬਜ਼ੁਰਗ ਸੀਗੇ, ਵੱਡੇ ਲੋਕ ਸੀਗੇ, ਜਿਹੜੇ ਸੀ ਪੁਰਾਣੇ ਨਾਲ ਜੁੜੇ ਸੀ, ਉਹ ਛੱਡ ਕੇ ਲਾਂਭੇ ਹੋ ਗਏ। ਤੇ ਵੱਡੇ ਬਾਦਲ ਸਾਹਿਬ ਵੀ ਜਿਹੜੇ ਹੈਗੇ ਸੀ ਸਿਹਤ ਪੱਖੋਂ ਜਾਂ ਉਮਰ ਪੱਖੋਂ ਜਿਹੜਾ ਵਾ ਉਹ ਇਨਐਕਟਿਵ ਹੋ ਗਏ। 19 ਦੇ ਵਿੱਚ ਇਹਨਾਂ ਨੇ ਫਿਰ ਭਾਈਵਾਲੀ ਕੀਤੀ ਆ। ਪਰ ਹੁਣ ਜੇ ਇਮੀਡੀਏਟ ਸਵਾਲ ਤੇ ਆ ਜਾਈਏ ਕਿ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਇਹ ਗੱਲ ਜਿਹੜੀ ਇਹ ਸਾਫ਼ ਨਹੀਂ ਕਰ ਸਕੀ ਪਾਰਟੀ ਕਿ ਜਿਹੜੇ ਖੇਤੀ ਕਾਨੂੰਨ ਬਣੇ ਆ ਉਹ ਖੇਤੀ ਕਾਨੂੰਨਾਂ ਦੇ ਵਿੱਚ ਸਾਡੀ ਸ਼ਮੂਲੀਅਤ ਨਹੀਂ ਸੀਗੀ। ਅਕਾਲੀ ਦਲ ਨੂੰ ਲੋਕੀ ਇਸ ਕਰਕੇ ਮਾਫ ਨਹੀਂ ਕਰਦੇ ਕਿ ਅਜੇ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਲੱਗਦਾ ਹੈ ਵੀ ਅਕਾਲੀ ਪਾਰਟੀ ਜਿਹੜੀ ਆ ਲੰਬੇ ਸਮੇਂ ਤੋਂ, ਜਿਹੜੀ ਗੱਲ ਮੈਂ ਕਰ ਰਿਹਾ ਸੀ, ਕਿ ਕਿਸਾਨਾਂ ਦੀ ਪਾਰਟੀ ਹੈ, ਇਹ ਦਿਹਾਤੀ ਲੋਕਾਂ ਦੀ ਪਾਰਟੀ ਆ, ਇਹ ਮਜ਼ਦੂਰਾਂ ਦੀ ਪਾਰਟੀ ਆ। ਖਾਸ ਕਰਕੇ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਜਿਹੜੇ ਲੋਕੀ ਇਸ ਵੇਲੇ ਬਾਰਡਰ ਦੇ ਉੱਤੇ ਜਿਹੜੇ ਹੈਗੇ ਆ ਉਹ ਧਰਨਾ ਲਾ ਕੇ ਬੈਠੇ ਆ। ਇਹ ਸਭ ਆਪਣੇ ਸਾਹਮਣੇ ਹੈਗਾ ਕਿ ਕਿਸ ਤਰੀਕੇ ਦੇ ਨਾਲ ਇਸ ਪਾਰਟੀ ਨੇ ਪਹਿਲਾਂ ਤਾਂ ਕਾਨੂੰਨਾਂ ਵਾਲੇ ਪਾਸੇ ਤੋਂ ਆਪਾਂ ਦੇਖ ਲਈਏ ਵੀ ਉਹਦੇ ਹਿੱਸੇਦਾਰ ਸੀਗੇ। ਇਹ ਕਹੀ ਜਾਂਦੇ ਨਹੀਂ ਹੈ, ਪਰ ਸਭ ਨੂੰ ਪਤਾ ਹੈ ਕਿਉਂਕਿ ਜਿਹੜੇ ਡਿਜੀਟਲ ਪ੍ਰਿੰਟਸ ਹੁੰਦੇ ਆ ਜਾਂ ਇਲੈਕਟ੍ਰੋਨਿਕ ਪ੍ਰਿੰਟਸ ਹੁੰਦੇ ਆ ਉਹ ਬਹੁਤ ਜਲਦੀ ਮਿਟਦੇ ਨਹੀਂ ਹੈ। ਐਨੀ ਹੋ ਇਹਨਾਂ ਨੇ ਬਾਅਦ 'ਚ ਦੇਖਿਆ ਕਿ ਸਾਡਾ ਤਾਂ ਬਹੁਤ ਸਮੱਸਿਆ ਆ ਰਹੀ ਆ, ਫਿਰ ਇਹਨਾਂ ਨੇ ਰਿਜ਼ਾਈਨ ਕਰਤਾ ਉਹਦੇ ਵਿੱਚੋਂ ਤੇ ਉਹ ਵਾਪਸ ਆ ਗਏ। ਹੁਣ ਇਹ ਸੀਗਾ ਕਿ ਪਿਛਲੇ ਸਮੇਂ 'ਚ ਇਹਨਾਂ ਨੇ, ਕਿਉਂਕਿ ਪੋਲੀਟੀਕਲ ਪਾਰਟੀ ਹੋਣ ਦੇ ਤੌਰ ਦੇ ਉੱਤੇ ਇਲੈਕਸ਼ਨ ਬਹੁਤ ਨੇੜੇ ਆਉਣ ਵਾਲੀਆਂ ਵਾ, ਇਹਨਾਂ ਨੂੰ ਲੱਗਦਾ ਹੋਊਗਾ ਪਾਰਟੀ ਦੇ ਜਿਹੜੇ ਬਹੁਤ ਵੱਡੇ ਸਲਾਹਕਾਰ ਹੈਗੇ, ਬਹੁਤ ਸਿਆਣੇ ਬੰਦੇ, ਬਹੁਤ ਵੱਡੇ ਜਿਹੜੇ ਹੈਗੇ ਸਮਝਦਾਰ ਰਾਜਨੀਤਿਕ ਜਿਹੜੇ ਕਹਿ ਸਕਦੇ ਆਪਾਂ ਨੂੰ ਵੱਡੇ ਲੋਕ ਆ, ਉਹ ਬੈਠੇ ਆ। ਅਕਾਲੀ ਦਲ ਅਜੇ ਵੀ ਇਨ ਸਰਚ ਆਫ ਜਿਹੜੀ ਲੋਸਟ ਜਿਹੜੀ ਗਰਾਊਂਡ ਹੈ ਉਹਦੀ ਭਾਲ ਦੇ ਵਿੱਚ ਹੀ ਇਹ ਜਿਹੜਾ ਸਾਰਾ ਕੁਝ ਕਰੀ ਫਿਰਦੇ ਆ। ਜਿਸ ਤਰੀਕੇ ਦੇ ਨਾਲ ਬੀਜੇਪੀ ਪਿਛਾਂਹ ਹਟੀ ਆ, ਇਹਨਾਂ ਨੇ ਕਿਸ ਤਰੀਕੇ ਦੇ ਨਾਲ ਬੀਐਸਪੀ ਦੇ ਨਾਲ ਸਮਝੌਤਾ ਕੀਤਾ। ਮੈਨੂੰ ਆਪਾਂ ਉਹਦੇ ਵੀ ਸ਼ਾਇਦ ਗੱਲ ਕੀਤੀ ਸੀ ਕਿ ਬੀਜੇਪੀ ਨਾਲ ਸਮਝੌਤਾ ਲੋਕਾਂ ਦੇ ਮਨਾਂ ਦੇ ਉੱਤੇ, ਜਾਂ ਇਹਨਾਂ ਨੇ ਚਲੋ ਰਾਜਨੀਤਿਕ ਤੌਰ ਤੇ ਹੁੰਦਾ ਵਾ 2 ਤੇ 2 4 ਨਹੀਂ ਹੁੰਦੇ। ਬੀਐਸਪੀ ਦਾ ਵੋਟ ਸ਼ੇਅਰ ਬਹੁਤ ਡਿੱਗ ਪਿਆ, ਕਿਸੇ ਸਮੇਂ ਦੇ ਵਿੱਚ ਬਹੁਤ ਵੱਡਾ ਵੋਟ ਸ਼ੇਅਰ ਹੁੰਦਾ ਸੀਗਾ। ਤੇ ਕਿਉਂ ਭਾਵੇਂ ਜਿਹੜੀ ਹੈਗੀ ਆ ਜਿਹਨੂੰ ਰਿਪਰੈਜ਼ੈਂਟ ਕਰਦੀ ਪਾਰਟੀ, ਸਭ ਤੋਂ ਵੱਡੀ ਗੱਲ ਤਾਂ ਕਿ ਬੀਐਸਪੀ ਨੂੰ ਅਸੀਂ ਉਸ ਤਰੀਕੇ ਨਾਲ ਦੇਖਦੇ ਹਾਂ ਕਿ ਇਹ ਦਲਿਤਾਂ ਦੀ ਪਾਰਟੀ ਆ, ਜਦੋਂ ਕਿ ਸ਼ਾਇਦ ਇਸ ਕਿਸਮ ਦੀ ਕੋਈ ਗੱਲ ਨਹੀਂ ਹੈਗੀ, ਭਾਵੇਂ ਕਿ ਡੋਮੀਨੈਂਸ ਜਿਹੜੀ ਹੈਗੀ ਆ ਉਹ ਉਹਦੇ ਵਿੱਚ ਆ। ਸਮਝੌਤਾ ਕੀਤਾ ਤੇ ਇਸ ਕਰਕੇ ਸਾਰੀ ਇਹਨਾਂ ਦੀ ਸਰਚ ਹੈਗੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਉੱਥੋਂ ਛੱਡ ਕੇ ਆਏ। ਹੁਣ ਇਹ ਜਿਹੜੇ ਲੋਕਾਂ ਨੂੰ ਇਹ ਕਹੀ ਜਾਂਦੇ ਆ ਕਿ ਵੇਖੋ ਜੀ ਅਸੀਂ ਗੱਦੀ ਤਿਆਗ ਦਿੱਤੀ, ਮੇਰੇ ਖਿਆਲ ਇਹ ਗੱਲ ਤੋਂ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ। ਸਭ ਨੂੰ ਪਤਾ ਹੈ
ਕਿ ਜਿਹੜਾ ਗੱਦੀ ਤਿਆਗਣ ਦਾ ਜਿਹੜੀ ਬੈਕਗਰਾਉਂਡ ਸੀ, ਕਿਉਂਕਿ ਇਹ ਬਹੁਤ ਲੰਮੀ ਕਹਾਣੀ ਨਹੀਂ ਹੈ, ਇਹ 2-3 4-5 ਮਹੀਨਿਆਂ ਦੀ ਸਾਰੀ ਖੇਡ ਹੈਗੀ, ਪਿਛਲੇ ਸਮੇਂ ਦੀ ਜਿਹੜੀ ਸਾਲ ਦੀ ਖੇਡ ਹੈਗੀ ਆ, ਕਿ ਜਦੋਂ ਇਹਨਾਂ ਨੂੰ ਕਿਸਾਨੀ ਸੰਘਰਸ਼ ਕਰਕੇ ਜਿਹੜਾ ਸੀਗਾ ਇਹ ਜਿਹੜਾ ਹੈਗਾ ਜੀ ਤਿਆਗਣਾ ਪਿਆ। ਆਈਸੋਲੇਸ਼ਨ ਬਹੁਤ ਜ਼ਿਆਦਾ ਹੋ ਗਈ ਆ ਅਕਾਲੀ ਦਲ ਦੀ, ਖਾਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ। ਇੱਕ ਤਾਂ ਇਹ ਆ ਕਿ ਲੋਕਾਂ ਦਾ ਸਾਰਾ ਗੁੱਸਾ ਜਿਹੜਾ ਹੈਗਾ ਉਹ ਬੀਜੇਪੀ ਦੇ ਨਾਲ ਆ, ਤਾਂ ਬਾਈ ਡਿਫਾਲਟ ਵੀ ਇਹ ਲੋਕਾਂ ਦੇ ਗੁੱਸੇ ਦਾ ਇਸ ਕਰਕੇ ਸ਼ਿਕਾਰ ਆ ਕਿ ਪਿਛਲੇ 22-23 ਸਾਲਾਂ ਦੇ ਨਾਲ ਬੀਜੇਪੀ ਦੇ ਨਾਲ ਜਿਹੜੀ ਇਹਨਾਂ ਦੀ ਭਾਈਵਾਲੀ ਆ, ਭਾਵੇਂ ਇਹਨਾਂ ਨੇ ਭਾਈਵਾਲੀ ਛੱਡ ਦਿੱਤੀ ਆ, ਪਰ ਉਹ ਭਾਈਵਾਲੀ ਜਿਹੜੀ ਛੱਡੀ ਆ, ਜਿਹੜੀ ਉਹਦੀ ਬੈਕਗਰਾਉਂਡ ਸੀਗੀ ਜਾਂ ਜਿੰਨਾ ਲੰਮਾ ਸਮਾਂ ਉਹਦੇ ਨਾਲ ਰਹੇ ਆ, ਜਿੰਨੀ ਲੋਕਾਂ ਦੀ ਨਫ਼ਰਤ ਬੀਜੇਪੀ ਵਾਲੇ ਪਾਸੇ ਵੱਲ ਆ, ਉਹਦਾ ਕਿਤੇ ਨਾ ਕਿਤੇ ਜਿਹੜਾ ਛਿੱਟਾ ਹੁੰਦਾ ਵਾ ਨਾ, ਉਹ ਅਕਾਲੀ ਦਲ ਵਾਲੇ ਪਾਸੇ ਵੱਲ ਹੀ ਵੱਜ ਜਾਂਦਾ ਹੈ। ਹੁਣ ਇਹ ਹੈਗਾ ਕਿ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਸੀ, ਆਪਣੀ ਯਾਤਰਾ ਸ਼ੁਰੂ ਕੀਤੀ ਸੀਗੀ, ਜਿੱਦਾਂ ਰਜਿਸਟੈਂਸ ਹੋਈ ਸੀ ਖਾਸ ਕਰਕੇ ਮੋਗੇ ਦੇ ਵਿੱਚ, ਜਾਂ ਜਿੱਦਾਂ ਪਿੰਡ ਵਿੱਚ ਹੋ ਰਹੀ ਆ, ਇਹ ਪਹਿਲੀ ਪਾਰਟੀ ਆ ਕਿ ਜਿਹਨੇ ਆਪਣਾ ਪ੍ਰੋਗਰਾਮ ਸ਼ੁਰੂ ਕਰ ਲਿਆ ਸੀ, ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਰਵਾਇਤੀ ਪਾਰਟੀਆਂ ਕਰਦੀਆਂ ਸੀ ਜਾਂ ਸ਼ੁਰੂ ਦੇ ਵਿੱਚ ਹੁੰਦਾ ਰਿਹਾ, ਕਿਉਂਕਿ ਜਿਹੜੀਆਂ ਪਹਿਲੀਆਂ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ 15-16 ਇਲੈਕਸ਼ਨ ਹੋਈਆਂ ਵਾ, ਉਹਦੇ ਵਿੱਚ ਇਦਾਂ ਹੀ ਹੁੰਦਾ ਰਿਹਾ ਕਿ 2-3-4 ਮਹੀਨੇ ਪਹਿਲਾਂ ਚੱਲ ਪੈਂਦੇ ਸੀ। ਜਿਹੜੀ ਰੂਲਿੰਗ ਪਾਰਟੀ ਹੁੰਦੀ ਉਹ ਬਾਅਦ 'ਚ ਚੱਲਦੀ ਆ, ਜਿਹੜੀ ਅਪੋਜੀਸ਼ਨ ਪਾਰਟੀ ਹੁੰਦੀ, ਵੈਸੇ ਤਾਂ ਅਪੋਜੀਸ਼ਨ ਪਾਰਟੀ ਦਾ ਇਹ ਕੰਮ ਹੁੰਦਾ ਕਿ ਜਿਸ ਦਿਨ ਤੋਂ ਅਪੋਜੀਸ਼ਨ ਦੇ ਵਿੱਚ ਆ ਜਾਂਦੇ ਆ, ਉਹਨਾਂ ਨੂੰ ਲੋਕਾਂ ਦੇ ਨਾਲ ਰਾਬਤਾ ਉਸੇ ਦਿਨ ਤੋਂ ਹੀ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ। ਇਹ ਆਪਾਂ ਨੂੰ ਪਤਾ ਵੀ ਸਾਡੇ ਨਿਜ਼ਾਮ ਦੇ ਵਿੱਚ ਜਿਸ ਪਾਰਟੀ ਕੋਲ ਤਾਕਤ ਆ ਜਾਂਦੀ ਆ, ਉਹ ਪਾਰਟੀ ਦੇ ਸਾਰੇ ਪਿੰਡ ਤੋਂ ਲੈ ਕੇ ਉੱਥੋਂ ਤੱਕ ਜਿੰਨੇ ਵੀ ਲੰਬੜਦਾਰ ਹੁੰਦੇ ਆ ਨਾ, ਉਹ ਲੋਕਾਂ ਨੂੰ ਛੱਡ ਕੇ ਫਿਰ ਆਪਣਾ ਜਿਹੜਾ ਜੁਗਾੜ ਹੁੰਦਾ ਉਹਨਾਂ ਦਾ, ਆਪਣੀ ਨੈਟਵਰਕਿੰਗ ਹੁੰਦੀ ਆ, ਜਾਂ ਆਪਣੇ ਇੰਟਰਸਟ ਨੂੰ ਸਾਹਮਣੇ ਰੱਖ ਕੇ ਜਿਹੜਾ ਉਹ ਲੱਗੇ ਰਹਿੰਦੇ ਆ, ਔਰ ਉਹਨਾਂ ਨੂੰ 4.5 ਸਾਲ ਬਾਅਦ ਚੇਤਾ ਆਉਂਦਾ ਵਾ। ਜਿਹੜੀ ਅਪੋਜੀਸ਼ਨ ਪਾਰਟੀ ਦਾ ਜੇ ਦੇਖਿਆ ਜਾਵੇ ਕਿ ਥਿਓਰੈਟੀਕਲ ਬੇਸਿਸ ਦੇ ਉੱਤੇ, ਉਹਦਾ ਤਾਂ ਕੰਮ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ। ਭਾਈ ਦੇਖੋ, ਇਸ ਵਾਰ ਅਸੀਂ ਬਾਹਰ ਹੋ ਗਏ ਆ, ਡੇ 1 ਤੋਂ ਲੋਕਾਂ ਦੇ ਨਾਲ ਜੁੜੇ ਰਹਿਣ, ਤਾਂ ਕਿ ਜਦੋਂ ਇਹ ਮੌਕਾ ਆਵੇ ਉਹ ਲੋਕਾਂ ਨੂੰ ਮੁੱਦਿਆਂ ਦੇ ਉੱਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਆਪਣੇ ਨਾਲ ਲੈ ਜਾਣ। ਹੋ ਕੀ ਰਿਹਾ ਕਿ ਸਾਡਾ ਜਿਹੜਾ ਪਾਰਟੀ ਸਿਸਟਮ ਆ ਉਹ ਇੰਨਾ ਖੋਖਲਾ ਹੋ ਚੁੱਕਾ ਵਾ, ਉਹ ਇੰਨਾ ਅੰਦਰੋਂ ਜਿਹੜਾ ਵਾ ਕਮਜ਼ੋਰ ਹੋ ਚੁੱਕਾ, ਇੰਨਾ ਟੁੱਟ ਚੁੱਕਾ ਵਾ, ਇੰਨੀ ਸਾਡੀ ਡਿਫੈਕਸ਼ਨ ਹੈਗੀ ਆ ਵੀ ਲੋਕੀ ਇੱਧਰ ਉੱਧਰ ਤੁਰੇ ਜਾਂਦੇ ਆ, ਉੱਧਰੋਂ ਇੱਧਰ ਤੁਰੇ ਆਉਂਦੇ ਆ, ਉਹ ਸਾਡੇ ਕੋਲ ਤਾਣਾ ਬਾਣਾ ਬਣਦਾ ਨਹੀਂ। ਫਿਰ ਉਹ ਜਦੋਂ ਇਲੈਕਸ਼ਨ ਆਉਣ ਵਾਲੀ ਹੁੰਦੀ ਆ, ਜਿੱਦਾਂ ਹੁੰਦਾ ਬੂਹੇ ਆਈ ਜੰਝ ਹੈ ਤੇ ਬਿਨੋ ਕੁੜੀ ਦੇ ਕੰਨ ਵਾਲਾ ਸੀਗਾ, ਇਹ ਫਿਰ ਉਹ ਵਰਤਾਰਾ ਸ਼ੁਰੂ ਹੋ ਜਾਂਦਾ। ਇੱਕ ਤਾਂ ਕਾਰਨ ਇਹ ਸੀਗਾ ਵੀ ਲੋਕਾਂ ਦਾ ਗੁੱਸਾ ਅਜੇ ਵੀ, ਕਿਉਂਕਿ ਸੈਂਟਰ ਗਵਰਨਮੈਂਟ ਵਾਲੇ ਪਾਸੋਂ ਕੋਈ ਰਿਸਪੌਂਸ ਨਹੀਂ ਮਿਲ ਰਿਹਾ, ਉਹ ਆਪਣੀ ਥਾਂ ਤੇ ਐਡਮਿਟ ਹੈਗੇ ਆ, ਕਿਸਾਨ ਆਪਣੀ ਥਾਂ ਤੇ 10 ਮਹੀਨਿਆਂ ਤੇ ਉੱਥੇ ਦੁਖੀ ਬੈਠੇ ਆ, ਕਿਉਂਕਿ ਇਹ ਸਭ ਨੂੰ ਪਤਾ, ਤੁਸੀਂ ਵੀ ਲਾ ਕੇ ਆਏ ਹੋਗੇ, ਸਮਾਂ ਉੱਥੇ ਰਹੇ ਹੋਗੇ, ਉੱਥੇ ਤਾਂ 4 ਘੰਟੇ ਮਤਲਬ ਇੱਕ ਦਿਨ ਕੱਢਣਾ ਬਹੁਤ ਔਖਾ ਵਾ, ਤੇ ਜਿਹੜੇ ਬੰਦੇ ਉੱਥੇ ਬੈਠੇ ਉਹ ਕੀ ਸੋਚਦੇ ਆ, ਇਹ ਗੱਲ ਸਾਨੂੰ ਮੰਨ ਕੇ ਚੱਲਣੀ ਪਊਗੀ ਕਿ ਉਹਨਾਂ ਜਿਹੜਾ ਉੱਥੇ ਚਰਨਿੰਗ ਪ੍ਰੋਸੈਸ ਹੋ ਰਿਹਾ, ਉਹਨਾਂ ਦੀ ਪੋਲੀਟੀਕਲ ਜਿਹੜੀ ਆਪਣੀ ਅੰਡਰਸਟੈਂਡਿੰਗ ਦਾ, ਜਾਂ ਜਿਹੜੀ ਉਹਦੀ ਰਾਜਨੀਤਿਕ ਸਮਾਜੀਕਰਨ ਦੇ ਵਿੱਚ, ਉਹ ਕਿਸਾਨ ਜਾਂ ਕਿਸਾਨਾਂ ਦੀਆਂ ਜਥੇਬੰਦੀਆਂ ਜਾਂ ਛੋਟੇ ਗਰੁੱਪ, ਭਾਵੇਂ ਉਹ ਅਨਪੜ੍ਹ ਹੈਗੇ ਆ, ਭਾਵੇਂ ਉਹ ਸਕੂਲ ਨਹੀਂ ਗਏ, ਭਾਵੇਂ ਉਹਨਾਂ ਸ਼ਹਿਰ ਨਹੀਂ ਵੇਖਿਆ, ਹੁਣ ਇਹ ਨਿੱਕੀਆਂ ਗੱਲਾਂ ਨੂੰ ਸੱਥਾਂ 'ਚ ਬਹਿ ਕੇ ਆਪਸ ਵਿੱਚ ਬਹਿ ਕੇ ਡਿਸਕਸ ਕਰਦੇ ਆ, ਉੱਥੇ ਭਾਸ਼ਣ ਚੱਲਦੇ ਆ, ਉਹਦੇ ਵਿੱਚ ਸਵਾਲ ਜਵਾਬ ਹੁੰਦੇ ਆ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵੀ ਹੁਣ ਤੱਕ ਵੀ ਉਹਨਾਂ ਦੇ ਮਨਾਂ ਦੇ ਵਿੱਚ ਅਕਾਲੀ ਦਲ ਪ੍ਰਤੀ ਜਿਹੜੀ ਕੋਈ ਸੌਫਟ ਜਿਹੜੀ ਹੈਗੀ ਆ ਜਗ੍ਹਾ ਨਹੀਂ ਮਿਲੀ ਕਿ ਜਿਹਦੇ ਵਿੱਚ ਉਹ ਇਸ ਚੀਜ਼ ਨੂੰ ਕਰਦੇ। ਰਹਿੰਦੀ ਖੁੰਦੀ ਗੱਲ ਰਹੀ ਜਿਹੜੀ ਇਹ 17 ਤਰੀਕ ਵਾਲਾ ਸੀ, ਕਿਉਂਕਿ ਇਹਨਾਂ ਨੇ ਤਾਂ ਉਹਨੂੰ ਸਿੰਬੋਲਿਕ ਬਣਾਇਆ। ਸ਼ਾਇਦ ਮੈਨੂੰ ਲੱਗਦਾ ਕਿ ਜਿਹੜੇ ਸੋਚਦੀਆਂ ਪਾਰਟੀਆਂ ਸਾਰੀਆਂ ਦਾ ਇਹੀ ਹਾਲ ਹੈਗਾ, ਉਹ ਅਜੇ ਵੀ ਲੋਕਾਂ ਨੂੰ ਅੱਜ ਤੋਂ 30 40 50 ਸਾਲ ਪਹਿਲਾਂ ਜਿਹੜੇ ਖਲੋਤੇ ਆ ਉੱਥੇ ਹੀ ਦੇਖਦੀਆਂ, ਜਿਹੜੀਆਂ 20 ਸਾਲ ਪਹਿਲਾਂ ਉੱਥੇ ਸੀ ਵੀ ਲੋਕ ਉੱਥੇ ਹੀ ਖੜੇ ਆ, ਸਿਰਫ ਅਸੀਂ ਮੂਵ ਕੀਤੇ ਆ। ਸਮਝਣ ਵਾਲੀ ਗੱਲ ਹੈਗੀ ਕਿ ਇਹਨਾਂ ਨੂੰ ਕਹਿਣਾ ਸੀਗਾ ਕਿ ਲੋਕ ਪਿਛਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜੀਆਂ ਉਹਦੀਆਂ ਮੁਸ਼ਕਲਾਂ ਹੈ, ਤਦੀਆਂ ਹੈ, ਤੰਗੀਆਂ ਹੈ, ਜਾਂ ਰਾਜਨੀਤੀਕਰਨ ਹੋ ਰਿਹਾ, ਲੋਕ ਬਹੁਤ ਅੱਗੇ ਮੂਵ ਕਰ ਗਏ ਆ, ਬਹੁਤ ਅੱਗੇ ਦੂਰ ਦੀ ਸੋਚਦੇ ਆ। ਸੋਸ਼ਲ ਮੀਡੀਆ ਉਹਨਾਂ ਦੇ ਕੋਲ ਹੈਗਾ, ਹੋਰ ਬਹੁਤ ਸਾਰੇ ਸੋਰਸ ਇਦਾਂ ਦੇ ਹੈਗੇ ਆ। ਤਾਂ ਮੈਨੂੰ ਲੱਗਦਾ ਵੀ ਇਹ ਇਹਨਾਂ ਦੀ ਮਿਸਕੈਲਕੂਲੇਸ਼ਨ ਸੀ ਵੀ ਸ਼ਾਇਦ ਅਸੀਂ ਉੱਥੇ ਜਾਵਾਂਗੇ, ਕਿਉਂਕਿ 17 ਤਰੀਕ ਨੂੰ ਇਹ ਬਿੱਲ ਜਿਹੜੇ ਸੀਗੇ ਪਾਰਲੀਮੈਂਟ 'ਚੋਂ ਪਾਸ ਹੋਏ ਸੀਗੇ, ਉਹਦਾ ਇੱਕ ਸਿੰਬੋਲਿਕ ਜਿਹੜੀ ਹੈਗੀ ਅਸੀਂ ਪ੍ਰੋਟੈਸਟ ਕਰਾਂਗੇ, ਔਰ ਉਹ ਪ੍ਰੋਟੈਸਟ ਦੇ ਵਿੱਚ ਲੱਗੂਗਾ ਕਿ ਅਸੀਂ ਜਿਹੜਾ ਹੈਗਾ ਇੱਕ ਨਵੀਂ ਸਪੇਸ ਕ੍ਰੀਏਟ ਕੀਤੀ ਜਾਵੇ। ਹੋਇਆ ਬਿਲਕੁਲ ਇਹਦੇ ਉਲਟ, ਕਿ ਜਿਹੜੀ ਇਹਨਾਂ ਸਪੇਸ ਖੜੀ ਕਰਨੀ ਸੀ ਉਹਦੇ ਰਸਤੇ ਦੇ ਵਿੱਚ ਰੋਕਣਾ ਸ਼ੁਰੂ ਕਰ ਦਿੱਤਾ। ਉੱਥੇ ਜਾ ਕੇ ਵੀ ਸੈਂਟਰ ਨੇ ਇਹਨਾਂ ਨੂੰ ਅੱਗੇ ਬਾਹਰ ਨਹੀਂ ਨਿਕਲਦਾ, ਪਤਾ ਸੀ ਨਹੀਂ ਮਿਲਦਾ। ਇਹ ਸਭ ਪੋਲੀਟੀਕਲ ਪਾਰਟੀਜ਼ ਨੂੰ ਪਤਾ ਹੁੰਦਾ, ਕਿਉਂਕਿ ਇਹ ਵੀ 10 ਸਾਲ ਰਜੀਮ 'ਚ ਰਹੇ ਆ, ਪਹਿਲਾਂ ਵੀ 5 ਸਾਲ ਰਿਹਾ ਸੀ, ਪਹਿਲੇ ਸਮੇਂ 'ਚ ਵੀ ਰਹਿੰਦੇ ਆ। ਇਹਨਾਂ ਨੂੰ ਪਤਾ ਹੁੰਦਾ ਕਿ ਜਿਹੜੇ ਲੋਕ ਪ੍ਰੋਟੈਸਟ ਕਰਨ ਆ ਰਹੇ ਆ, ਪਹਿਲੀ ਤਾਂ ਗੱਲ ਇਹ ਆ ਵੀ ਸਾਡਾ ਸਟੇਟ ਓਵਰਆਲ, ਚਾਹੇ ਉਹ ਤੁਹਾਡਾ ਸਟੇਟ ਹੋਵੇ ਚਾਹੇ ਸੈਂਟਰ ਹੋਵੇ, ਇੰਨਾ ਇਨਸੈਂਸਿਟਿਵ ਹੋ ਗਿਆ ਵਾ, ਇਹਨਾਂ ਲੋਕਾਂ ਪ੍ਰਤੀ ਅਵੇਸਲਾ ਹੋ ਗਿਆ ਵੀ ਸ਼ਾਇਦ ਉਹ ਇਹਨਾਂ ਲੋਕਾਂ ਨੂੰ ਕਈ ਵਾਰੀ ਅਸੀਂ ਜਿਹੜੇ ਰਾਜਨੀਤੀਵਾਨ ਤਾਂ ਨਹੀਂ ਮੈਂ ਕਹੂੰਗਾ ਵਰਡ, ਜਿਹੜੇ ਪੋਲੀਟੀਕਲ ਜਿਹੜਾ ਕੇਡਰ ਹੈਗਾ ਵਾ, ਉਹ ਲੋਕਾਂ ਬਾਰੇ ਇੰਨੇ ਭੱਦੇ ਜਿਹੜੀਆਂ ਸ਼ਬਦ ਯੂਜ਼ ਕਰਦੇ ਆ, ਇਹਨਾਂ ਦੀ ਕਿਹੜੀ ਗੱਲ ਵਾ। ਜਿੱਦਾਂ ਇੱਕ ਨੇ ਕਹਿ ਹੀ ਦਿੱਤਾ ਸੀਗਾ ਮੇਰੇ ਖਿਆਲ ਕਿ ਤੁਹਾਡੇ ਕਾਂਗਰਸ ਦੇ MLA ਸਾਹਿਬ ਨੇ ਵੀ ਜਿਹਨਾਂ ਨੂੰ ਘਰ ਰੋਟੀ ਨਹੀਂ ਮਿਲਦੀ, ਟੁੱਕੜ ਨਹੀਂ ਮਿਲਦਾ ਹੈ, ਉਹ ਬੰਦੇ ਸਾਨੂੰ ਸਵਾਲ ਪੁੱਛਣਗੇ। ਮਤਲਬ ਇਹ ਜਿਹੜੀ ਐਰੋਗੈਂਸ ਹੈਗੀ ਆ,
ਇਹ ਮੈਂ ਕਹਿੰਦਾ ਵੀ ਇੱਕ ਰਿਫਾਰਮ ਫਾਰਮ ਦੇ ਵਿੱਚ ਵੀ ਹੋਵੇ, ਜਿਹੜਾ ਫਿਊਡਲ ਮਾਈਂਡਸੈਟ ਹੈ, ਜਾਂ ਇਹ ਸੋਚ ਲੈਣਾ ਕਿ ਜੋ ਅਸੀਂ ਕਰਦੇ ਆ ਉਹੀ ਠੀਕ ਆ, ਲੋਕੀ ਉਹਨੂੰ ਫੋਲੋ ਕਰਨਗੇ। ਮੇਰੇ ਖਿਆਲ ਇਹ ਮਿਸਮੈਚ ਆ। ਜਿਹੜੀ ਅਕਾਲੀ ਦਲ ਦੇ ਲੀਡਰਸ਼ਿਪ ਦੀ ਮੈਂ ਕਹਿੰਦਾ ਬਹੁਤ ਸਿਆਣੀ ਆ, ਬਹੁਤ ਸਾਰਾ ਕੁਝ ਆ, ਪਰ ਜਿਹੜੀਆਂ ਉਹਦੀਆਂ ਐਕਸਪੈਕਟੇਸ਼ਨ ਹੈ, ਪਰ ਇਹਦੇ ਨਾਲ ਨਾਲ ਜਿਹੜੀ ਉਹਦੀ ਕੈਪੇਬਿਲਿਟੀ ਆ, ਜਿਹੜੀ ਕਪੈਸਿਟੀ ਆ, ਕਪੈਸਿਟੀ ਜਿਹੜੀ ਬਿਲਡਿੰਗ ਜਿਹੜਾ ਸਟਰਕਚਰ ਹੈਗਾ, ਮੈਨੂੰ ਲੱਗਦਾ ਇਹਨਾਂ ਦੇ ਵਿੱਚ ਬਹੁਤ ਵੱਡਾ ਗੈਪ ਵਾ, ਜਿਹਦੀ ਵਜ੍ਹਾ ਕਰਕੇ ਇਹਨਾਂ ਨੂੰ ਇਹ ਸਾਰੀ ਨਮੋਸ਼ੀ ਜਿਹੜੀ ਆ ਇਹ ਝੱਲਣੀ ਪਈ ਔਰ ਅਲਟੀਮੇਟਲੀ ਕਿਸਾਨਾਂ ਖਿਲਾਫ ਬੋਲਣਾ ਪਿਆ। ਮੈਂ ਕਹਿੰਦਾ ਵੀ ਇਹ ਤਾਂ ਬਹੁਤ ਡੈਸਪਰੇਟ ਆ। ਜੇ ਕੋਈ ਗੱਲ ਹੋਈ ਸੀਗੀ, ਪਹਿਲੋਂ ਤਾਂ ਇਹਨਾਂ ਨੂੰ ਫੀਡਬੈਕ ਲੈਣੀ ਚਾਹੀਦੀ ਹੈ, ਕਿਉਂਕਿ ਸਾਡੇ ਫੀਡਬੈਕ ਸਾਰੇ ਹੁੰਦਾ, ਇਹ CIDਆਂ ਵੀ ਰਹੀਆਂ, ਹੋਮ ਮਿਨਿਸਟਰੀਆਂ ਮੈਨੂੰ ਕੋ ਰਹਿੰਦੀਆਂ, ਇਹਨਾਂ ਨੂੰ ਪਤਾ ਹੁੰਦਾ ਵੀ ਸਟੇਟ ਚਲਾਉਣ ਲਈ ਕਿੱਥੋਂ ਕਿੱਥੋਂ ਫੀਡਬੈਕ ਮਿਲਦੀ ਆ, ਕਿੱਥੋਂ ਕਿੱਥੋਂ ਇਨਫੋਰਮੇਸ਼ਨ ਮਿਲਦੀ ਆ। ਕਿਉਂ ਨਹੀਂ ਇਹਨਾਂ ਨੇ ਫੀਡਬੈਕ ਲਈ? ਕਿਉਂ ਨਹੀਂ ਇਹਨਾਂ ਨੇ ਆਪਣਾ, ਇੱਥੇ ਲੋਕ ਬੈਠੇ ਸੀ ਉੱਥੇ, ਜਿਹੜੇ ਹੁਣ ਲੋਕ ਕਹਿ ਰਹੇ ਵੀ ਅਸੀਂ 6 ਮਹੀਨੇ ਉੱਥੇ ਜੀ ਅਸੀਂ ਵੀ ਉੱਥੇ ਬੈਠੇ ਰਹੇ, ਅਸੀਂ ਲੰਗਰ ਪਹੁੰਚਾਉਂਦੇ ਰਹੇ। ਵੀ ਭਾਈ ਤੁਸੀਂ ਲੰਗਰ ਪਹੁੰਚਾਉਂਦੇ ਰਹੇ, ਇਹਦਾ ਮਤਲਬ ਹੈਗਾ ਵੀ ਜਿਹੜਾ ਜੈਨੂਅਨ ਬੰਦਾ ਅਕਾਲੀ ਦਲ ਦਾ ਹੋਊਗਾ ਉੱਥੇ ਬੈਠਾ ਸੀਗਾ, ਜਦੋਂ ਇਦਾਂ ਦੀ ਗੱਲ ਆਉਂਦੀ ਆ, ਧਰਨੇ ਦੀ ਆਉਂਦੀ ਆ, ਹੋਰ ਆਉਂਦੀ ਆ, ਇੱਥੇ ਫਿਰ ਹੋਰ ਲੋਕ ਪੈਦਾ ਹੋ ਜਾਂਦੇ ਆ, ਸ਼ਾਇਦ ਜਿਹੜੇ ਜ਼ਮੀਨੀ ਹਕੀਕਤ ਦੇ ਨਾਲੋਂ ਜਿਹੜਾ ਹੈਗਾ ਵਾ ਉਹ ਥੋੜਾ ਲਾਂਭੇ ਹੈਗਾ। ਇਹ ਸਾਰੀਆਂ ਗੱਲਾਂ ਮਿਲਾ ਕੇ ਇਦਾਂ ਲੱਗਦਾ ਵੀ ਇਹ ਲੀਡਰਸ਼ਿਪ ਦੀ ਵੀ ਇੱਕ ਜਿਹੜੀ ਹੈਗੀ ਸੀ, ਉਹਨੂੰ ਇਹ ਕਹਾਂਗੇ ਇਮੈਚਿਓਰਿਟੀ ਔਨ ਦੇਅਰ ਪਾਰਟ, ਕਿ ਜਦੋਂ ਰੈਜ਼ਿਸਟੈਂਸ ਹੈਗੀ ਆ, ਤੁਸੀਂ ਕਿਉਂ ਕਨਫਰੰਟੇਸ਼ਨ ਸ਼ੁਰੂ ਕੀਤੀ? ਹੁਣ ਤੁਸੀਂ ਸਿੱਧਾ ਹੀ ਉਹਨਾਂ ਦੇ ਨਾਲ ਪੰਗਾ ਸ਼ੁਰੂ ਕਰ ਲਿਆ, ਤੁਸੀਂ ਉਹਨੂੰ ਕ੍ਰਿਟਿਸਾਈਜ਼ ਸ਼ੁਰੂ ਕਰਤਾ, ਜਦੋਂ ਕਿ ਇਹ ਪਤਾ ਹੈ ਕਿ ਕਿਸਾਨੀ ਜਿਹੜੀ ਹੈਗੀ ਆ ਇਸ ਵੇਲੇ ਉਹ ਸਿਰਫ 27 ਹੋਈ ਨਹੀਂ ਹੈ, ਉਹ ਇਹਦੇ ਵਿੱਚੋਂ ਮਾਰਜਨਲਾਈਜ਼ ਵੀ ਬਹੁਤ ਹੋਈ ਹੈ। 27 ਕਿੰਨਾ ਤੋਂ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਵਿਲੀਅਨ ਹੈ ਕਿਸਾਨੀ ਦਾ, ਕਿਸਾਨਾਂ ਦਾ, ਪਿੰਡ ਤੋਂ ਲੈ ਕੇ ਉੱਤੇ ਤੱਕ, ਉਹ ਪੋਲੀਟੀਕਲ ਕਲਾਸ ਹੈ। ਉਹ ਪੋਲੀਟੀਕਲ ਜਿਹਨੂੰ ਆਪਾਂ ਕਹਿ ਦਈਏ, ਉਹ ਇਹ ਨਹੀਂ ਕਹਿੰਦਾ ਵੀ A ਪਾਰਟੀ B ਪਾਰਟੀ, ਉਹਨਾਂ ਲਈ ਸਾਰੇ ਦੇ ਸਾਰੇ ਜਿਹੜੇ ਆ ਉਹ ਮੋਟੇ ਤੌਰ ਤੇ ਜਦੋਂ ਆਪਸ ਵਿੱਚ ਗੱਲ ਕਰਦੇ ਆ ਵੀ ਇਹ ਵਿਲੀਅਨ ਹੈਗੇ ਆ ਜਿਨ੍ਹਾਂ ਨੇ ਸਾਡਾ ਇਹ ਜਿਹੜਾ ਹਾਲ ਕੀਤਾ। ਤਾਂ ਮੈਂ ਕਹਿਣ ਤੋਂ ਭਾਵ ਹੈਗਾ ਕਿ ਇਹਨਾਂ ਨੂੰ ਇਹ ਫੀਡਬੈਕ ਲੈਣੀ ਚਾਹੀਦੀ ਸੀ ਜੇ ਉਹ ਗੱਲ ਹੋਈ, ਕਿਉਂਕਿ ਮੈਨੂੰ ਲੱਗਦਾ ਡੈਸਪੀਰੇਸ਼ਨ ਦੀ ਪ੍ਰੈਸ ਕਾਨਫਰੰਸ ਮੈਂ ਵੀ ਦੇਖੀ ਆ, ਉੱਥੇ ਉਹਨਾਂ ਨੇ ਕੁਝ ਲੋਕਾਂ ਨੂੰ ਵੀ ਲਿਆਂਦਾ ਗਿਆ, ਭਾਈ ਇਹ 'ਚੋਂ ਤੁਸੀਂ ਕੱਢਣਾ ਕੀ ਚਾਹੁੰਦੇ ਹੋ? ਤੁਸੀਂ ਕਨਫਰੰਟੇਸ਼ਨ ਵਧਾਓਗੇ? ਅਜੇ ਵੀ ਕਿਸਾਨੀ ਦੀ ਇੱਕ ਪਾਰਟ ਦੀ ਸੌਫਟ ਕਾਰਨਰ ਜਿਹੜੀ ਆ ਅਕਾਲੀ ਦਲ ਤੋਂ ਤੁਸੀਂ ਲਾਂਭੇ ਨਹੀਂ ਲਿਜਾ ਸਕਦੇ, ਪਰ ਇੱਕ ਹੈਗਾ ਕਿ ਤੁਹਾਨੂੰ ਇੱਕ ਬ੍ਰੇਕ ਥਰੂ ਲੈਣ ਦੀ ਲੋੜ ਸੀਗੀ। ਇੰਸਟੈਡ ਆਫ ਟੇਕਿੰਗ ਬ੍ਰੇਕ ਥਰੂ, ਤੁਸੀਂ ਫਿਰ ਨਵੀਂ ਕਿਸਮ ਦੀ ਜਿਹੜੀ ਬਹਿਸ ਜਿਹੜੀ ਆ ਉਹਦੇ ਵਿੱਚ ਸ਼ੁਰੂ ਕਰ ਲਈ, ਔਰ ਜਿਹਦੇ ਨਾਲ ਮੈਨੂੰ ਲੱਗਦਾ ਵੀ ਇਹਨਾਂ ਨੂੰ ਲੰਮਾ ਸਮਾਂ ਜਿਹੜਾ ਵਾ ਇਹਦਾ ਜਿਹੜੇ ਬਾਰੇ ਦੁਬਾਰਾ ਸੋਚਣਾ ਪਊਗਾ ਤੇ ਦੁਬਾਰਾ ਆਪਣੀ ਰਣਨੀਤੀ ਜਿਹੜੀ ਉਹ ਘੜਨੀ ਪਊਗੀ। ਪ੍ਰੋਫੈਸਰ ਸਾਹਿਬ, ਇਹ ਤੁਹਾਡੀ ਗੱਲ ਠੀਕ ਹੈ ਕਿ ਲੀਡਰਸ਼ਿਪ ਸਿਆਣੀ ਹੈ, ਪਰ ਨਾਲ ਦੀ ਨਾਲ ਇਹ ਲੀਡਰਸ਼ਿਪ ਜਿਹੜੀ 2012 ਦੇ ਵਿੱਚ ਇਲੈਕਸ਼ਨ ਮੈਨੇਜਮੈਂਟ ਦੇ ਨਾਂ ਤੇ ਜਾਣੀ ਗਈ ਹੈ, ਕਿ ਦੇਖੋ ਸੁਖਬੀਰ ਸਿੰਘ ਬਾਦਲ ਨੇ ਜਿੱਤ ਦਿਵਾਤੀ ਅਕਾਲੀ ਦਲ ਨੂੰ, ਪਹਿਲੀ ਵਾਰੀ ਸ਼ਾਇਦ ਸਟੇਟ ਦੇ ਵਿੱਚ ਦੂਜੀ ਸਰਕਾਰ ਸੇਮ ਪਾਰਟੀ ਦੀ ਆਈ, ਲੇਕਿਨ ਹੁਣ ਜਦੋਂ ਫੈਸਲੇ ਲੈਣੇ ਸੀ, ਇੱਕ 100 ਦਿਨ 100 ਹਲਕਾ, ਫਿਰ ਉਸ ਤੋਂ ਬਾਅਦ ਕਿਸਾਨਾਂ ਨੇ ਰੋਕਣ ਤੋਂ ਬਾਅਦ ਦਿੱਲੀ ਚਲੇ ਗਏ। ਦਿੱਲੀ ਜਾਣ ਤੋਂ ਬਾਅਦ ਜੇ ਘਟਨਾਕ੍ਰਮ ਵਾਪਰ ਗਿਆ ਸੀ ਤੇ ਕੋਈ ਵਫਦ 2 ਜਾਂ 3 ਜਾਂ 4 ਮੈਂਬਰੀ ਬਣਾ ਕੇ ਸਾਰੀਆਂ ਵੀਡੀਓਜ਼ ਉੱਥੇ ਸੰਯੁਕਤ ਕਿਸਾਨ ਮੋਰਚੇ ਨੂੰ ਕੋਲ ਦਿਖਾਉਂਦੇ, ਜਿੱਦਾਂ ਰਾਜੇਵਾਲ ਨੇ ਇਹ ਗੱਲ ਕਹੀ ਕਿ ਤੁਸੀਂ ਮੀਡੀਆ 'ਚ ਜਾਣ ਤੋਂ ਪਹਿਲਾਂ ਸਾਡੇ ਤੱਕ ਪਹੁੰਚ ਕਰਦੇ ਤੇ ਸਾਨੂੰ ਜ਼ਿਆਦਾ ਚੰਗਾ ਲੱਗਦਾ। ਇੰਜ ਲੱਗਿਆ ਜਿਵੇਂ ਅਕਾਲੀ ਦਲ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਥੱਲੇ ਚੱਲਦੇ ਪ੍ਰੋਗਰਾਮ ਨੂੰ ਹੀ ਜਿਹੜਾ ਉਹ ਕ੍ਰਿਟਿਸਾਈਜ਼ ਕਰਨਾ ਚਾਹੁੰਦਾ ਜਾਂ ਉਹਨੂੰ ਫੇਲ ਕਰਨਾ ਚਾਹੁੰਦਾ। ਤੁਸੀਂ ਸਾਡੇ ਤੇ ਇਲਜ਼ਾਮ ਲਾ ਕੇ ਕਿਸਾਨੀ ਅੰਦੋਲਨ ਤੇ ਇਲਜ਼ਾਮ ਲਾਏ ਆ, ਉਹਨਾਂ ਨੇ ਨਾਲ ਦੀ ਨਾਲ ਬੇਅਦਬੀਆਂ ਤੋਂ ਲੈ ਕੇ ਹੁਣ ਤੱਕ ਸਾਰੇ ਮਸਲੇ ਗਿਣਾਤੇ, ਤੇ ਨਾਲ ਹੀ ਕਹਿਤਾ ਕਿ ਲੋਕ, ਕਿਉਂਕਿ ਤੁਸੀਂ ਪਹਿਲਾਂ ਇਹਨਾਂ ਬਿੱਲਾਂ ਦੇ ਹੱਕ 'ਚ ਸੀ, ਫਿਰ ਤੁਸੀਂ ਵੀਡੀਓਜ਼ ਬਣਾਈਆਂ, ਬਿਆਨ ਦਿੱਤੇ, ਲੋਕਾਂ ਦੇ ਮਨਾਂ 'ਚੋਂ ਗੁੱਸਾ ਤੁਹਾਡੇ ਪ੍ਰਤੀ ਜਾ ਨਹੀਂ ਰਿਹਾ। ਜੇ ਮਤਲਬ ਰਾਜੇਵਾਲ ਨੇ ਇੱਕ ਤਰੀਕੇ ਨਾਲ ਉਹ ਜੋ ਕੁਝ ਉੱਥੇ ਬਾਰਡਰਸ ਤੇ ਹੋਇਆ, ਇਹਨਾਂ ਦਾ ਜੋ ਅਕਾਲੀਆਂ ਦਾ ਵਿਰੋਧ ਹੋਇਆ, ਉਹਨੂੰ ਜਸਟੀਫਾਈ ਕਰਤਾ ਕਿ ਇਹ ਲੋਕ ਮਨਾਂ ਦੀ ਵੇਦਨਾ ਸੀ, ਇਹ ਤੁਹਾਡੇ ਐਕਟ ਦਾ ਰਿਐਕਟ ਸੀ। ਮੈਂ ਇਹੀ ਪੁੱਛਣਾ ਚਾਹੁੰਦਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਸਲਾਹਕਾਰ ਮੰਡਲੀ ਸਮਾਂ ਰਹਿੰਦਿਆਂ ਇਹੋ ਜਿਹੀਆਂ ਗੱਲਾਂ ਨੂੰ ਭਾਂਪ ਨਹੀਂ ਪਾਉਂਦੀ? ਇਹਨੂੰ ਵੀਕਨੈਸ ਮੰਨੀਏ ਜਾਂ ਅਗਰੈਸ਼ਨ, ਜਾਂ ਤੁਹਾਡੀ ਗੱਲ ਠੀਕ ਹੈ ਕਿ ਉਹ ਡਿਪਰੈਸਡ ਇੰਨੇ ਆ, ਉਹ ਸੱਤਾ ਨੂੰ ਹਾਸਲ ਕਰਨ ਲਈ ਇਸ ਹੱਦ ਤੱਕ ਖਾਹਿਸ਼ੀ ਹੋ ਗਿਆ ਕਿ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ? ਮੈਂ ਕਿਹਾ 2012 ਦੀ ਇਲੈਕਸ਼ਨ ਦੇ ਉੱਤੇ ਬਹੁਤ ਇੰਟਰਸਟਿੰਗ ਗੱਲ ਆ। ਇਹ ਅਕਾਲੀ ਤੇ ਜਿੱਤ ਗਏ ਸੀਗੇ, ਪਰ ਇਸ ਕਰਕੇ ਜਿੱਤੇ ਸੀਗੇ ਅਮਰਿੰਦਰ ਸਿੰਘ ਐਂਡ ਕਾਂਗਰਸ ਪਾਰਟੀ ਵਾਸ ਓਵਰ ਕੌਨਫੀਡੈਂਟ ਜੀ। ਕਾਂਗਰਸ ਪਾਰਟੀ ਨੇ ਆਪਣੀਆਂ 20 ਸੀਟਾਂ ਜਿਹੜੀਆਂ ਹੈਗੀਆਂ ਸੀ, 15 ਸੀਟਾਂ 16 ਸੀਟਾਂ ਜਿਹੜੀਆਂ ਹੈਗੀਆਂ ਸੀ, ਬਹੁਤ ਥੋੜੇ 2000 ਟੋਟਲ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ 20,000 ਹੋਰ ਵੋਟ ਚਾਹੀਦੀ ਸੀ, ਜਿਹਦੇ ਨਾਲ ਉਹ ਕਲੀਅਰ ਕੱਟ ਮੈਜੋਰਟੀ ਲੈ ਸਕਦਾ ਸੀਗਾ ਜੀ। ਉਹਦੀਆਂ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਹੈਗੀਆਂ ਸੀ ਉਹ ਡਬਲ ਡਿਜਿਟ ਦੇ ਨਾਲ ਜਿਹੜੀਆਂ ਸੀ, ਜਿੱਦਾਂ ਪੱਟੀ ਸੀ, ਇੱਕ ਕਰਤਾਰਪੁਰ ਸੀ, ਫਲੋਰ ਸੀ, ਬਹੁਤ ਥੋੜੇ ਘੱਟ ਮਾਰਜਨ ਨਾਲ ਹਾਰੀ ਸੀਗੀ। ਦੂਸਰਾ ਆਇਆ ਸੀਗਾ ਕਿ ਅਮਰਿੰਦਰ ਸਿੰਘ ਨੂੰ ਲੱਗਾ ਸੀਗਾ ਮੈਨੂੰ, ਕਿਉਂਕਿ ਮੇਰੀ ਵਾਰੀ ਆ, ਇੱਕ ਇਹਨਾਂ ਦਾ ਇਹ ਵੀ ਚੱਲਦਾ ਰਿਹਾ ਨਾ, 67 ਤੋਂ ਬਾਅਦ ਤੇਰੀ ਮਾਰੀ ਮੇਰੀ ਵਾਰੀ ਆ, ਇਹ ਹੋਇਆ ਉਹਦੇ ਵਿੱਚੋਂ
ਦੂਸਰਾ ਤੁਸੀਂ ਦੇਖਿਆ ਹੋਣਾ ਵੀ ਕਾਂਗਰਸ ਦੇ ਜਿਹੜੇ ਰੈਬਲ ਕੈਂਡੀਡੇਟ ਬਹੁਤ ਖੜੇ ਹੋ ਗਏ ਸੀਗੇ। ਮਜੀਠੇ ਦੀ ਐਗਜ਼ਾਮਪਲ ਹੈਗੀ ਆ, ਇੱਕ ਉਹਨਾਂ ਸਮੇਂ 'ਚ ਹਲਕਾਬੰਦੀ ਹੋਈ ਸੀਗੀ ਤੇ ਉਹ 1000 ਵੋਟ ਦੇ ਉੱਤੇ ਜਿਹੜਾ ਅਜਨਾਲਾ ਸੀਟ ਹਾਰਦੀ ਆ, ਤੇ ਇਸ ਪਾਸੇ ਜਿਹੜਾ ਮਜੀਠੇ ਤੋਂ ਕੈਂਡੀਡੇਟ ਸੀਗਾ ਉਹ 5-6000 ਵੋਟ ਲੈ ਜਾਂਦਾ। ਤੋ ਇਸ ਕਰਕੇ ਉਹ ਮੈਨੇਜਮੈਂਟ ਨਹੀਂ ਸੀ, ਉਹ ਤਾਂ ਜਿਹੜਾ ਬੰਦਾ ਵੇਖੋ ਜੀ ਗੋਡ ਮਾਰਚਸ ਵਿਦ ਦ ਬਿਗ ਬਟਾਲੀਅਨ, ਜਿਹੜਾ ਜਿੱਤ ਜਾਂਦਾ ਉਹਦੇ ਲਈ ਬਹੁਤ ਚੀਜ਼ਾਂ ਬਣ ਜਾਂਦੀਆਂ। ਕਿਸੇ ਨੂੰ ਸੋਸ਼ਲ ਇੰਜੀਨੀਅਰਿੰਗ ਕਹਿ ਦਿੰਦੇ ਆ, ਕਿਸੇ ਨੂੰ ਮੈਨੇਜਮੈਂਟ ਕਹਿ ਦਿੰਦੇ ਆ। ਉਹ ਤੇ ਜੇ ਤੁਸੀਂ ਨਾ ਜਿਹੜਾ ਕੰਮ ਠੀਕ ਹੋਵੇ ਤਾਂ ਠੀਕ ਹੁੰਦਾ। ਉਹ ਕਾਂਗਰਸ ਦੀ ਬਹੁਤ ਵੱਡਾ ਇਹਦਾ ਓਵਰ ਕਾਨਫੀਡੈਂਸ ਸੀ ਅਮਰਿੰਦਰ ਸਿੰਘ ਦਾ। ਤੇ ਦੂਸਰਾ ਸੀ ਵੀ ਇਹਦੇ ਵਿੱਚ ਵੱਡੀ ਗਿਣਤੀ ਤੇ 15 ਕੇ 16 ਰੈਬਲ ਕੈਂਡੀਡੇਟ ਖੜੇ ਹੋ ਗਏ ਸੀ, ਪਠਾਨਕੋਟ ਤੋਂ ਲੈ ਕੇ ਇਧਰਲੇ ਪਾਸੇ ਫਾਜ਼ਿਲਕਾ ਬੋਰ ਵਾਲੇ ਪਾਸੇ। ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਸੀ ਮਰਵਾਇਆ ਸੀਗਾ। ਇਸ ਕਰਕੇ ਅਕਾਲੀ ਦਲ ਨੂੰ ਜ਼ਿਆਦੀਆਂ ਵੋਟਾਂ ਨਹੀਂ ਸੀ ਜਿੱਤਿਆ ਨਹੀਂ ਸੀਗਾ ਵੀ ਅਕਾਲੀ ਦਲ ਉਸ ਸਮੇਂ ਬਹੁਤ ਜ਼ਿਆਦਾ ਸੀ। ਬਹੁਤ ਨੈਕ ਟੂ ਨੈਕ ਕੰਪੀਟੀਸ਼ਨ ਸੀਗਾ, ਬਹੁਤ ਨੈਕ ਟੂ ਨੈਕ ਫਾਈਟ ਸੀਗੀ। ਫਿਰ 46 ਜਿਹੜੀਆਂ ਹੈਗੀਆਂ ਸੀ ਉਹ ਲੈ ਗਏ ਸੀ ਆਪਣੇ, ਇਹ ਲੈ ਗਏ ਸੀਗੇ ਕਾਂਗਰਸ ਵਾਲੇ ਵੀ ਲੈ ਗਏ ਸੀ। ਇਹਨਾਂ ਨੂੰ 12-13 ਸੀਟਾਂ ਹੋਰ ਚਾਹੀਦੀਆਂ ਸੀ। ਚਲੋ ਐ ਨਹੀਂ ਹੋ। ਤੇ ਇਸ ਕਰਕੇ 12 ਵਾਲਾ ਜਿਹੜਾ ਮੈਨੇਜਮੈਂਟ ਨੇ ਸਾਰਾ ਤੇ ਗੜਬੜ ਇਹ ਕੀਤੀ, ਕਿਉਂਕਿ ਅਸੀਂ ਕਈ ਵਾਰੀ ਧਰਾਤਲ ਵਾਲੇ ਪਾਸੇ ਵੱਲ ਨਹੀਂ ਜਾਂਦੇ ਤਾਂ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਲਾਰਜਰ ਦੈਨ ਸਾਈਜ਼ ਬਣ ਜਾਂਦੇ ਆ। ਉਹੀ ਖੀਰ ਦੇ ਉੱਤੇ ਸਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਜਾਂਦੀ ਹੈ, ਜਿਹੜੀ ਸ਼ਾਇਦ ਲੱਗਦਾ ਵੀ ਅਕਾਲੀ ਦਲ ਦੇ ਕੋਲ ਪਈ ਹੈ। ਕਿਉਂਕਿ ਅਕਾਲੀ ਦਲ ਦਾ ਜਿਹੜਾ ਡਿਕਲਾਈਨ ਦਾ ਜਿਹੜਾ ਇਹਦਾ ਹੈਗਾ ਵਾ, ਉਹ 12 ਦੀ ਇਲੈਕਸ਼ਨ ਤੋਂ ਬਾਅਦ ਹੀ ਜ਼ਿਆਦਾ ਮਤਲਬ ਜਿਹੜੀ ਸਟੀਪ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਡਾਊਨਫਾਲ ਆਉਂਦਾ ਉਹਦੇ ਵਿੱਚੋਂ। ਹੁਣ ਇਹ ਤੁਹਾਡੀ ਆਹ ਗੱਲ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ, ਇਹ ਗੱਲ ਇਹਨਾਂ ਨੂੰ ਬਹੁਤ ਸੋਚਣੀ ਚਾਹੀਦੀ ਸੀ ਵੀ ਜੇ ਉਹ ਪਿੰਡਾਂ 'ਚ ਸਾਡਾ ਵਿਰੋਧ ਕਰਦੇ ਆ, ਅਸਲ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ, ਕਿਉਂਕਿ ਮੈਂ ਜ਼ਰੂਰੀ ਨਹੀਂ ਕਿਉਂਕਿ ਮੈਂ ਇਹਨਾਂ ਦੀ ਕੋਈ ਜਾਣਦਾ ਨਹੀਂ, ਮੈਨੂੰ ਇਹ ਲੱਗਦਾ ਵੀ ਇਹਨਾਂ ਦੀ ਮਿਸ ਕੈਲਕੂਲੇਸ਼ਨ ਹੋਈ। ਇਹਨਾਂ ਨੂੰ ਲੱਗਾ ਵੀ ਠੀਕ ਆ ਪਿੰਡਾਂ 'ਚ ਅਸੀਂ ਰੈਲੀਆਂ ਬੰਦ ਕੀਤੀਆਂ, ਠੀਕ ਆ ਜੋ ਮੈਨੂੰ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, ਅਸੀਂ ਓਵਰ ਦਾ ਅਬਵ ਜਾ ਕੇ ਉੱਤੋਂ ਦੀ ਜਾ ਕੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਝੰਡਾ ਖੜਾ ਕਰ ਦਈਏ ਤਾਂ ਕਿ ਲੱਗੇ ਵੇਖੋ ਜੀ ਇਸ ਵੇਲੇ ਕਿਸਾਨੀ ਦੀ ਜੇ ਕੋਈ ਲੜ ਰਿਹਾ ਵਾ ਤੇ ਉਹ ਅਕਾਲੀ ਪਾਰਟੀ ਆ। ਇਹਨਾਂ ਦੀ ਕੈਲਕੂਲੇਸ਼ਨ ਹੋ ਸਕਦੀ ਹੈ ਜਿਹੜੀ ਮਿਸ ਫਾਇਰ ਕੀਤੀ, ਮੈਨੂੰ ਇਹ ਲੱਗਦਾ। ਇਹ ਜਾਣਦਿਆਂ ਹੋਇਆਂ ਵੀ ਕਿ ਦਿੱਲੀ ਦੇ ਵਿੱਚ ਸਾਨੂੰ ਕਿਸੇ ਨੇ ਬਾਹਰ ਨਹੀਂ ਨਿਕਲਣ ਦੇਣਾ, ਇਹ ਜਾਣਦਿਆਂ ਹੋਇਆਂ ਵੀ ਜੇ ਦਿੱਲੀ ਦੇ ਵਿੱਚ 100 ਬੰਦੇ ਚਲੇ ਵੀ ਗਏ ਉਹਦੇ ਨਾਲ ਕੋਈ ਬਹੁਤ ਵੱਡਾ ਅਸਰ ਨਹੀਂ ਹੁੰਦਾ। ਇਹ ਜਿਹੜੀ ਪੋਲਿਟਿਕਸ ਆਫ ਟੋਕਨਿਜ਼ਮ ਆ, ਮੇਰੇ ਖਿਆਲ ਹੈ ਪੋਲੀਟੀਕਲ ਪਾਰਟੀਜ਼ ਨੂੰ ਹੁਣ ਉਹਨੂੰ ਅਵੋਇਡ ਕਰਨਾ ਚਾਹੀਦਾ। ਇਸ ਵੇਲੇ ਹੈਗਾ ਕਿ ਹਰ ਬੰਦਾ ਮੈਨੂੰ ਲੱਗਦਾ ਵੀ ਸਿਆਣਾ ਵਾ, ਇੱਦਾਂ ਦੀ ਰਾਜਨੀਤੀ ਜਿਹੜੀ ਹੈਗੀ ਆ ਉਹ ਸ਼ਾਇਦ ਬਹੁਤਾ ਜ਼ਿਆਦਾ ਪਿੱਛੇ ਚੱਲਦਾ ਰਿਹਾ। ਇੱਦਾਂ ਦੇ ਬਹੁਤ ਵੱਡੇ ਵੱਡੇ ਨਾਅਰਿਆਂ ਨਾਲ ਗਰੀਬੀ ਹਟਾਓ ਨਾਲ ਸਾਰੀ ਦੀ ਸਾਰੀ ਵੋਟਾਂ ਉਹਨੂੰ ਮਿਲ ਗਈਆਂ। 84 ਦੇ ਵਿੱਚ 20 ਵੋਟਾਂ ਮਿਲ ਗਈਆਂ। ਨਰਿੰਦਰ ਮੋਦੀ ਦਾ ਆਰਟੀਕੂਲੇਸ਼ਨ ਹੈਗੀ ਸੀ, ਉਹ ਵੀ ਲੈ ਗਿਆ। ਚੱਲਦਾ ਰਿਹਾ, ਪੰਥ ਖਤਰੇ ਵਾਲਾ ਪਾਸਾ ਚੱਲਦਾ ਰਿਹਾ ਸੀਗਾ। ਹੁਣ ਇਹ ਚੀਜ਼ ਨਹੀਂ ਹੈ। ਹੁਣ ਕਹਿੰਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਨਾਲ ਜੁੜੇ ਗੱਲਾਂ ਹੈਗੀਆਂ। ਦੂਸਰੀ ਗੱਲ ਰੰਧਾਵਾ ਸਾਹਿਬ ਆ ਵੀ ਕਿਸੇ ਨੂੰ ਪੁੱਛ ਕੇ ਵੇਖ ਲਓ, ਜਿਹੜਾ ਅਸੀਂ 80 ਵਾਲਾ ਸਮਾਂ 90 ਵਾਲਾ ਸਮਾਂ ਅਸੀਂ 2021 'ਚ ਰਹਿ ਰਹੇ ਹਾਂ, ਤੁਸੀਂ ਹਰ ਬੰਦੇ ਕੋਲ ਮਿੰਟ ਦੀ ਖਬਰ ਆ। ਜਿਹੜਾ ਕਿਸਾਨ ਤੇ ਵੈਸੇ ਮਜ਼ਦੂਰ ਤਾਂ ਹੈ ਹੀ ਵਿਹਲੇ ਆ, ਨਾ ਉਹਨਾਂ ਕੋਲ ਇੰਪਲਾਇਮੈਂਟ ਹੈਗੀ ਆ, ਨਾ ਵਿਚਾਰੇ ਕੋਲ ਕੁਛ ਹੈਗਾ। ਹਾਂ ਮੋਬਾਈਲ ਫੋਨ ਜ਼ਰੂਰ ਹੈਗਾ ਜਿੱਥੇ ਤਰ੍ਹਾਂ ਦੀ ਚੰਗੀ ਮਾੜੀ ਜੋ ਵੀ ਇੱਦਾਂ ਦੀ ਇਨਫੋਰਮੇਸ਼ਨ ਜਿਹੜੀ ਉਹ ਸਰਕੂਲੇਟ ਕਰਦੀ ਰਹਿੰਦੀ ਹੈ, ਚੰਗੀ ਵੀ ਹੁੰਦੀ ਆ, ਕੁਝ ਨਹੀਂ ਵੀ ਚੰਗੀ ਹੁੰਦੀ। ਇਸ ਕਰਕੇ ਜਿਹੜਾ ਹੈਗਾ ਕਿ ਉਹ ਪਾਰਟੀਆਂ ਇਹਨਾਂ ਦਾ ਇਸ ਸਮੇਂ ਦੇ ਉੱਤੇ ਉਸ ਜਿਹੜਾ ਖਾਸ ਕਰਕੇ ਟੋਕਨ ਸੀਗਾ, ਹੁਣ 17 ਨੂੰ ਕਰਨੀ ਤੁਸੀਂ ਠੀਕ ਆ, ਵੱਡੀ ਗੱਲ ਆ, ਪਰ ਦੂਸਰੇ ਪਾਸੇ 27 ਨੂੰ ਤੁਹਾਡਾ ਬੰਦ ਵੀ ਆ ਰਿਹਾ, ਪਾਰਟਿਸਿਪੇਟ ਉਹਦੇ ਵਿੱਚ ਕਰੋ, ਆਪਣੇ ਤੌਰ ਤੇ ਕਰੋ। ਸੰਯੁਕਤ ਕਿਸਾਨ ਮੋਰਚਾ ਨੇ ਗੱਲ ਬਹੁਤ ਇਸੇ ਕਰਕੇ 10 ਮਹੀਨੇ ਤੋਂ ਮੋਰਚਾ ਚੱਲ ਰਿਹਾ ਚੱਲੂਗਾ। ਉਹਨਾਂ ਨੇ ਇਹਨੂੰ ਅੱਜ ਤੱਕ ਆਪੋਲੀਟੀਕਲ ਰੱਖਿਆ। ਆਪੋਲੀਟੀਕਲ ਮੈਂ ਕੋਟਡ 'ਚ ਕਹਿੰਦਾ, ਆਪੋਲੀਟੀਕਲ ਕੋਈ ਚੀਜ਼ ਨਹੀਂ ਹੁੰਦੀ, ਪਰ ਆਪੋਲੀਟੀਕਲ ਹੈਗਾ। ਉਹਨਾਂ ਨੇ ਇਕੁਇਟ ਡਿਸਟੈਂਸ ਰੱਖਿਆ। ਨਾ ਅਕਾਲੀ ਹੈ ਸਾਡੇ ਕੋਲ, ਤੁਹਾਨੂੰ ਪਤਾ ਸ਼ੁਰੂ ਦੇ ਵਿੱਚ ਇਹ ਕਾਂਗਰਸੀ ਗਏ ਸੀ ਤੇ ਉਹ ਬਿੱਟੂ ਸਾਹਿਬ ਜਿਹੜੇ ਉਹਨਾਂ ਦੇ ਆਪਣੇ MP ਹੈਗੇ ਉੱਥੋਂ ਲੁਧਿਆਣੇ ਤੋਂ, ਉਹ ਗਏ ਸੀਗੇ। ਉਹਨਾਂ ਨੇ ਬੜੇ ਨਾਰਾਜ਼ ਹੋ ਕੇ ਮੁੜ ਕੇ ਬਾਹਰ ਨਿਕਲੇ ਸੀਗੇ ਤੇ ਉਹਨਾਂ ਨੇ ਸੰਯੁਕਤ ਕਿਸਾਨ ਜਿਹੜੇ ਲੀਡਰ ਕੁਛ ਹੈਗੇ ਪ੍ਰੋਮੀਨੈਂਟ, ਉਹਨਾਂ ਬਾਰੇ ਮੈਂ ਤਾਂ ਕਹੂੰਗਾ ਭੱਦੀ ਸ਼ਬਦਾਵਲੀ ਯੂਜ਼ ਕੀਤੀ ਸੀ। ਕੋਈ ਮਨੀਮ ਬੋਲਿਆ ਕਿ ਉਹਨੂੰ ਕੋਈ ਮੁਨਸ਼ੀ ਬੋਲਿਆ ਸੀ। ਇਹ ਇਹਨਾਂ ਦੀ ਮਾਈਂਡ ਸੈਟ ਸੀਗੀ। ਤਾਂ ਮੈਨੂੰ ਲੱਗਦਾ ਹੈ ਕਿ ਵੇਟ ਐਂਡ ਵਾਚ ਇਹਨਾਂ ਲਈ ਬਹੁਤ ਜ਼ਰੂਰੀ ਹੈ। ਹਾਂ ਇਹ ਆਪਣੇ ਤੌਰ ਦੇ ਉੱਤੇ ਆ ਹੁਣ ਕੈਨੇਡਾ ਦੇ ਵਿੱਚ ਇਲੈਕਸ਼ਨਸ ਹੋਈਆਂ ਵਾ, ਉਹ ਕਿੰਨੀਆਂ ਕੁ ਰੈਲੀਆਂ ਟਰੂਡੋ ਕਰਦਾ ਰਿਹਾ ਉੱਥੇ, ਜਾਂ ਕਿੰਨੀਆਂ ਕੁ ਜਿਹੜੇ NDP ਵਾਲੇ ਜਿਹੜੇ ਹੈਗੇ ਉਹ ਕਰਦੇ ਰਹੇ, ਜਾਂ ਕੰਜ਼ਰਵੇਟਿਵ ਵਾਲੇ ਕਰਦੇ ਰਹੇ। ਉਹਨਾਂ ਕੋਲ ਸਾਡੇ ਤੋਂ ਘੱਟ ਕਮਿਊਨੀਕੇਸ਼ਨ ਆ। ਉਹ ਮੋਬਾਈਲ ਸਾਡੇ ਤੋਂ ਘੱਟ ਯੂਜ਼ ਕਰਦੇ ਆ, ਉਹ TV ਸਾਡੇ ਤੋਂ ਘੱਟ ਯੂਜ਼ ਕਰਦੇ ਆ, ਉਹ ਅਖਬਾਰਾਂ ਵੀ ਸਾਡੇ ਤੋਂ ਘੱਟ ਜਿਹੜੀਆਂ ਪੜ੍ਹਦੇ ਆ। ਨਿੱਘਾ ਜਿਹਾ ਪੰਜਾਬ ਹੈਗਾ ਵਾ ਭਾਈ, ਤੁਹਾਡੇ ਕੋਲ ਹੋਰ ਬਹੁਤ ਸਾਰੇ ਸੋਰਸ ਹੋ ਗਏ ਆ। ਤੁਸੀਂ ਇਦਾਂ ਕਰੋ, ਆਪਣੇ ਥਾਂ ਦੇ ਉੱਤੇ ਲੋਕਾਂ ਨਾਲ ਗੱਲਬਾਤ ਸ਼ੁਰੂ ਕਰੋ, ਤੁਸੀਂ ਮੰਥਨ ਸ਼ੁਰੂ ਕਰੋ, ਤੁਸੀਂ ਆਪਣਾ ਏਜੰਡਾ, ਤੁਸੀਂ ਆਪਣਾ ਪ੍ਰੋਗਰਾਮ ਕਰਦੇ ਜੋ ਕਹਿੰਦੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਮੁੱਦਿਆਂ ਤੇ ਗੱਲ ਕਰਨਗੇ, ਅੱਜ ਇਹਨਾਂ ਦੇ ਜਿਹੜੇ ਹੋਰ ਹੈਗੇ ਆ ਲੀਡਰ ਸਾਹਿਬਾਨ ਉਹ ਇਹਨਾਂ ਮੁੱਦਿਆਂ ਤੇ ਗੱਲ ਕਰਨਗੇ। ਇਹਦੇ ਨਾਲ ਕਿਸਾਨਾਂ ਤੋਂ ਤੁਸੀਂ ਲਾਈਵ ਜਿਹੜਾ ਹੈਗਾ ਉਹਨਾਂ ਕੋਲ ਕੁਐਸਚਨਿੰਗ ਆਨਸਰਿੰਗ ਕਰੋ, ਉਹਨਾਂ ਦੀ ਇੱਕ ਥਾਂ ਤੇ ਬੈਠ ਕੇ ਭਾਈ ਅਸੀਂ ਇਹ ਸੋਚ ਕੇ ਤੇ ਅਸੀਂ ਹੁਣ ਤਾਕਤ ਦੇ ਵਿੱਚ ਨਹੀਂ ਆ, ਜੇ ਅਸੀਂ ਤਾਕਤ ਦੇ ਵਿੱਚ ਆ ਵੀ ਗਏ ਸਾਨੂੰ ਆਪਣਾ ਐਟੀਟਿਊਡ ਚੇਂਜ ਕਰਨਾ ਪਊਗਾ। ਹੁਣ ਵੀ ਦਾ ਪੀਪਲ ਜਿਹੜਾ ਹੈਗਾ ਉਹਨਾਂ ਨੂੰ ਸੈਂਟਰ 'ਚ ਲਿਆਉਣਾ ਪਊਗਾ।
ਤੁਸੀਂ ਵਾਰਤਾਲਾਪ ਸ਼ੁਰੂ ਕਰ ਲਓ। ਜੇ ਲੋਕੀ ਤੁਹਾਨੂੰ ਬੁਰਾ ਭਲਾ ਕਹਿੰਦੇ ਆ, ਭਾਈ ਸੁਣ ਲਓ, ਤੁਸੀਂ ਮੌਜਾਂ ਵਿੱਚ ਬਹੁਤ ਮਾਰੀਆਂ, ਤੁਸੀਂ ਦੁਨੀਆ ਭਰ ਦੀਆਂ ਜਿਹੜੀਆਂ ਹੈਗੀਆਂ ਸਾਰੇ ਸੁੱਖ ਸਾਧਨ ਵੀ ਤਾਂ ਲਏ ਆ ਨਾ। ਜੇ ਹੁਣ ਲੋਕਾਂ ਨੇ ਸਵਾਲ ਹੀ ਕਰਨੇ ਆ, ਲੋਕੀ ਸਭ्य ਤਰੀਕੇ ਨਾਲ ਸਵਾਲ ਕਰਨ, ਇਹ ਆਪਣਾ ਕਰ ਲੈਣ ਭਾਈ, ਸਭ्य ਤਰੀਕੇ ਨਾਲ ਸਵਾਲ ਕਰੋ, ਆਰਗੂਮੈਂਟਡ ਤਰੀਕੇ ਨਾਲ ਸਵਾਲ ਕਰੋ, ਉਹਨਾਂ ਦੇ ਹੱਲ ਦੀ ਗੱਲ ਕਰੋ। ਇਹਨਾਂ ਕੋਲ ਬਹੁਤ ਸਾਰੇ ਸਾਧਨ ਆ, ਇਹ ਆਪਣੇ ਕੋਲ ਐਗਰੀਕਲਚਰ ਦੇ ਸੈਂਟਰਸ ਲੈ ਆਉਣ, ਉਹ ਇੰਡਸਟਰੀ ਵਾਲੇ ਲੈ ਆਉਣ, ਹੋਰ ਕੋਈ ਤੁਹਾਡੇ ਵਰਗੇ ਸਮਝਦਾਰ ਬੰਦੇ ਜਿਹੜੇ ਹੈਗੇ ਆ ਸਮਾਜਿਕ ਮੁੱਦਿਆਂ ਵਾਲੇ ਬੰਦੇ ਲੈ ਆਉਣ, ਉੱਥੇ ਬਹਿ ਕੇ ਕਹਿਣ ਵੀ ਹਾਂ ਇਹ ਤੁਹਾਡੇ ਸਵਾਲ ਆ। ਇਹ ਨਾ ਕਹਿਣ, ਇਹਨਾਂ ਨੂੰ ਮੰਨਣ 'ਚ ਹੁਣ ਕੋਈ ਹਰਜ ਨਹੀਂ ਹੋਣਾ ਚਾਹੀਦਾ। ਭਾਈ ਸਾਹਿਬ, ਜੇ ਪੰਜਾਬ ਦੀ ਖਰਾਬੀ ਹੋਈ ਆ, ਕਿਸਾਨੀ ਦੀ ਖਰਾਬੀ ਹੋਈ ਆ, ਪੰਜਾਬ ਦੇ ਲੋਕੀ ਬਾਹਰ ਜਾ ਰਹੇ ਆ, ਸੰਸਥਾਵਾਂ ਡਿੱਗ ਪਈਆਂ ਵਾ, ਲਾ ਐਂਡ ਆਰਡਰ ਹੈਗਾ ਸੀਗਾ, ਸਾਰੇ ਮੁੱਦੇ, ਕਰਪਸ਼ਨ ਹੈਗੀ ਆ, ਡਰੱਗ ਹੈਗੀ ਆ, ਭਾਈ ਅਸੀਂ ਵੀ ਤਾਂ ਤੁਹਾਡੇ ਵਿੱਚੋਂ ਹੀ ਆਏ ਹਾਂ। ਸਿਰਫ ਸਾਡਾ ਹੀ ਕਸੂਰ ਨਹੀਂਗਾ, ਲੋਕਾਂ ਦਾ ਵੀ ਕਸੂਰ ਆ। ਮਤਲਬ ਜੇ ਤੁਸੀਂ ਮੇਰੇ ਸਵਾਲ ਪੁੱਛੋ ਤੇ ਮੈਂ ਲੋਕਾਂ ਨੂੰ ਇਹ ਗੱਲ ਕਹਾਂ ਵੀ ਠੀਕ ਆ, ਮੈਂ ਮੰਨਦਾ ਮੇਰਾ ਕਸੂਰ ਹੈਗਾ, ਪਰ ਬਣਾਉਣ ਵਾਲੇ ਤੁਸੀਂ ਜੋ ਨਾ, ਉੱਥੇ ਮਾਰਨ ਲਕੀਰ, ਉੱਥੇ ਕਹਿਣ ਵੀ ਆਹ ਹੋ ਗਿਆ ਖਤਮ, ਲੈਟਸ ਸਟਾਰਟ ਅ ਨਿਊ ਬਿਗਨਿੰਗ, ਨਵਾਂ ਪੰਜਾਬ, ਨਵਾਂ ਅਧਿਆਇ ਸ਼ੁਰੂ ਕਰੀਏ, ਫਿਰ ਉਸ ਤੋਂ ਬਾਅਦ ਨਾਲ ਲੈ ਕੇ ਚੱਲੋ। ਤੇ ਮੈਨੂੰ ਲੱਗਦਾ ਵੀ ਜਿਹੜਾ ਇਹ ਇਸ ਕਿਸਮ ਦੀ ਜਿਹੜੀ ਹੈਗੀ ਇਨਵੋਲਵਮੈਂਟ ਲੋਕਾਂ ਦੀ ਹੈਗੀ ਆ, ਕਿਉਂਕਿ ਜਿਹੜਾ ਬੰਦਾ ਦੁਖੀ ਆ ਉਹਨੇ ਸਵਾਲ ਕਰਨੇ ਆ, ਜਿਹੜੇ ਬੰਦੇ ਨੂੰ ਲੱਗਦਾ ਮੈਂ ਪਿਛਾਂ ਰਹਿ ਗਿਆ, ਬਾਹਰ ਨਿਕਲ ਗਿਆ, ਹੁਣ ਕੁਐਸਚਨ ਨਾ ਕਰੇ। ਡੈਮੋਕ੍ਰੈਟਿਕ ਸਿਸਟਮ 'ਚ ਰਹਿ ਰਹੇ ਆ, ਜੋ ਸਵਾਲ ਵੀ ਨਾ ਕਰਨ ਤੁਹਾਨੂੰ, ਝੰਡੀਆਂ ਨਾ ਵਿਖਾ ਲੈਣ ਤੁਹਾਨੂੰ, ਜਾਂ ਤੁਹਾਨੂੰ ਇਸ ਕਿਸਮ ਦੀ ਤੋਏ ਲਾਂਤ ਵੀ ਨਾ ਕਰਨ, ਤੇ ਫਿਰ ਹੋਰ ਤਾਂ ਕੁਝ ਕਰ ਹੀ ਨਹੀਂ ਸਕਦੇ। ਆਲੇ ਦੁਆਲੇ ਤੁਹਾਡੇ ਸਿਕਿਉਰਿਟੀ ਫਿਰਨ ਡਈ ਆ, ਬੰਦੂਕਾਂ ਵਾਲੇ ਫਿਰਨ ਡਏ ਆ। ਜੇ ਥੋੜਾ ਬਹੁਤਾ ਤੁਹਾਡੇ ਕੋਲ ਤਾਕਤ ਆਉਂਦੀ, ਮੁੜ ਕੇ ਤੁਸੀਂ ਡਾਂਗ ਫੇਰਦੇ ਉਹਨਾਂ ਨੂੰ। ਪਿੰਡਾਂ ਦੇ ਵਿੱਚ ਜੋ ਇਹਨਾਂ ਦਾ ਵਰਤਾਰਾ ਰਿਹਾ 10 ਸਾਲਾਂ ਦੇ ਵਿੱਚ ਖਾਸ ਕਰਕੇ, ਕਿ ਕਿਸ ਤਰੀਕੇ ਦੇ ਨਾਲ ਹੁਣ ਵੀ ਇਦਾਂ ਚੱਲਦਾ, ਕਿੱਦਾਂ ਝੂਠੇ ਪਰਚੇ ਦੇ ਲੋਕਾਂ ਨੂੰ ਵਸਾਇਆ ਗਿਆ। ਪਿੰਡਾਂ ਦੇ ਸਰਪੰਚ ਨੂੰ ਇਹਨਾਂ ਨੇ ਉੱਥੋਂ ਦਾ ਬਣਾ ਦਿੱਤਾ, ਜ਼ਿਮੀਂਦਾਰ ਜਿਹੜਾ ਹੁੰਦਾ, ਜਿਹੜਾ ਜ਼ਗੀਰਦਾਰ ਨਹੀਂ ਜਿਹੜੇ ਹੁੰਦੇ ਸੀ ਮੁਗਲਾਂ ਦੇ, ਨਹੀਂ ਮੁਗਲਾਂ ਦੇ ਜਿਹੜੇ ਹੁੰਦੇ ਸੀ ਇੱਕ ਸੂਬੇਦਾਰ, ਉਹ ਸੂਬੇਦਾਰਾਂ ਨੂੰ ਬਿਹੇਵ ਕਰਦੇ ਆ। ਹੈ ਤੁਸੀਂ ਜਿਹੜੇ ਜੇ ਨੀਲੇ ਕਾਰਡ, ਪੀਲੇ ਕਾਰਡ, ਜੋ ਸਹੂਲਤ ਮਿਲਣੀ ਆ ਉਹ ਜਿਹੜੇ ਤੁਹਾਡੇ ਬੰਦੇ ਉਹਨਾਂ ਨੂੰ ਦੇ ਦਿੰਦੇ ਆ। 65 ਸਾਲ ਦੀ ਉਮਰ ਵਾਲੇ ਬਣਾਉਣੇ, ਸਾਰਾ ਪੰਜਾਬ ਬੁੱਢਾ ਕਰਤਾ ਤੁਸੀਂ। ਜੇ ਜਵਾਨ ਬਣਾਉਣੇ ਤੇ ਜਵਾਨ ਹੋ ਜਾਂਦਾ। ਤੁਹਾਨੂੰ ਇਹਨਾਂ ਨੂੰ ਇੰਟਰੋਸਪੈਕਸ਼ਨ ਕਰਨ ਦੀ ਲੋੜ ਹੈਗੀ, ਕ੍ਰਾਈਸਿਸ ਦੀ। ਜਿੰਨਾ ਚਿਰ ਅਸੀਂ ਉਹਦੀ ਇੰਟਰੋਸਪੈਕਸ਼ਨ ਨਹੀਂ ਕਰਾਂਗੇ ਮੁੱਦਿਆਂ ਦੀ, ਤੇ ਫਿਰ ਲੋਕਾਂ ਕੋਲ ਸਵਾਲ ਕਰਾਂਗੇ ਭਾਈ ਆਹ ਤੁਹਾਡੇ ਮੁੱਦੇ ਆ। ਰਾਜਨੀਤੀ ਵੈਕਿਊਮ 'ਚ ਨਹੀਂ ਹੋ ਸਕਦੀ। ਅਕਾਲੀਆਂ ਨੇ ਵੀ ਇੱਥੇ ਰਹਿਣਾ ਵਾ, ਕਾਂਗਰਸ ਨੇ ਵੀ ਇੱਥੇ ਰਹਿਣਾ ਵਾ, ਆਪ ਆਉਂਦੀ ਆ ਉਹਨੇ ਵੀ ਇੱਥੇ ਰਹਿਣਾ ਵਾ, ਹੋਰ ਧਿਰਾਂ ਵੀ ਆਉਣਗੀਆਂ। ਇਸ ਕਰਕੇ ਅਕਾਲੀ ਦਲ ਤੇ ਬਹੁਤ ਵੱਡਾ ਪਲੇਅਰ ਆ, ਇਹਨੂੰ ਆਊਟਰਾਈਟਲੀ ਜਿਹੜਾ ਆਪਾਂ ਉਸ ਤਰੀਕੇ ਨਾਲ ਨਹੀਂ ਕਰ ਸਕਦੇ, ਪਰ ਉਸ ਸਟੇਜ ਤੇ ਆਉਣ ਵਾਸਤੇ ਇਹਨਾਂ ਨੂੰ ਜਿਹੜਾ ਹੈਗਾ ਲੋਕਾਂ ਨੂੰ ਨਾਲ ਲੈਣਾ ਪਊਗਾ, ਫਿਰ ਹੀ ਜਿਹੜਾ ਥੋੜਾ ਬਹੁਤਾ ਅਗਲੇ ਪਾਸੇ ਵੱਲ ਚੱਲ ਸਕਦੇ ਆ। ਪ੍ਰੋਫੈਸਰ ਸਾਹਿਬ ਬਹੁਤ ਮਿਹਰਬਾਨੀ। ਸਾਡਾ ਦੂਜਾ ਅਹਿਮ ਮੁੱਦਾ ਰਹਿ ਗਿਆ, ਅਸੀਂ 25 ਮਿੰਟ ਤੱਕ ਆ ਗਏ ਆ। ਮੈਨੂੰ ਲੱਗਦਾ ਅਸੀਂ ਇੱਕ ਦੂਜੇ ਸੈਗਮੈਂਟ 'ਚ ਉਹਨੂੰ ਲਵਾਂਗੇ ਕਿ ਪੰਜਾਬ ਦੇ ਵਿੱਚ ਵੋਟ ਵਰਗੀਕਰਨ ਜਿਵੇਂ ਕੀਤਾ ਜਾ ਰਿਹਾ, ਇਹਦੀ ਕੋਈ ਜ਼ਮੀਨ ਹੈਗੀ ਆ, ਇਹਦਾ ਕੋਈ ਇਤਿਹਾਸ ਹੈਗਾ, ਇਹਦੇ ਉੱਤੇ ਅਸੀਂ ਗੱਲ ਕਰਾਂਗੇ ਇੱਕ ਨਵੇਂ ਐਪੀਸੋਡ 'ਚ। ਬਹੁਤ ਮਿਹਰਬਾਨੀ। ਠੀਕ ਹੈ, ਥੈਂਕ ਯੂ।